ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈਵ। 2-3 ਸਾਲ ਦੀ ਗੱਲ ਹੈ, ਅੰਮ੍ਰਿਤਸਰ ਦੇ 5-6 ਵਿਅਕਤੀ 5-6 ਸਰੀਰ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਨੂੰ ਗਏ। ਇੱਥੋਂ ਚੱਲੀਏ ਤਾਂ ਪਹਿਲਾ ਠਹਿਰਾਓ ਰਿਸ਼ੀਕੇਸ਼ ਹੈ। ਉਹ ਜਦੋਂ ਅਜੇ ਰਿਸ਼ੀਕੇਸ਼ ਹੀ ਪਹੁੰਚੇ ਸਨ ਕਿ ਉਹਨਾਂ ਵਿੱਚੋਂ ਇੱਕ ਵਿਅਕਤੀ ਨੂੰ ਪੱਥਰੀ ਦਾ ਦਰਦ ਸ਼ੁਰੂ ਹੋ ਗਿਆ। ਪੱਥਰੀ ਦਾ ਦਰਦ ਅਕਸਰ ਇੱਕਦਮ ਹੀ ਛਿੜਦਾ ਹੈ ਅਤੇ ਪਤਾ ਹੀ ਨਹੀਂ ਹੁੰਦਾ ਕਿਹੜੇ ਵੇਲੇ ਛਿੜ ਪਵੇ। ਉਸ ਨੂੰ ਦਵਾਈ ਦਿੱਤੀ ਗਈ, ਟੀਕਾ ਲਵਾਇਆ ਤੇ ਥੋੜੀ ਦੇਰ ਆਰਾਮ ਕਰਕੇ ਅਗਾਂਹ ਉਤਰ ਪਏ। ਪਰ ਉਸ ਵਿਅਕਤੀ ਨੂੰ ਸਾਰੇ ਰਸਤੇ ਉਲਟੀਆਂ ਲੱਗ ਗਈਆਂ। ਜਿਵੇਂ ਤਿਵੇਂ ਉਹ ਗੋਬਿੰਦ ਘਾਟ ਪਹੁੰਚੇ। ਉੱਥੇ ਫਿਰ ਦਵਾਈਆਂ ਦਿੱਤੀਆਂ, ਪਰ ਗੋਬਿੰਦ ਘਾਟ ਤੋਂ ਗੋਬਿੰਦ ਧਾਮ ਸਾਰਾ ਰਸਤਾ ਉਸ ਦੀ ਤਬੀਅਤ ਹੋਰ ਵੀ ਖਰਾਬ ਹੁੰਦੀ ਗਈ। ਦਰਦ ਨਾਲ ਬੁਰਾ ਹਾਲ ਅਤੇ ਹੋਰ ਵੀ ਕਈ ਕੁਛ। ਬਾਕੀ ਦੇ ਸਾਥੀ ਵੀ ਉਸ ਕਾਰਨ ਪਰੇਸ਼ਾਨ ਹੋ ਗਏ। ਇੱਕ ਸਰੀਰ ਦੇ ਢਿੱਲੇ ਪੈਣ ਕਾਰਨ ਸਾਰਿਆਂ ਦੀ ਯਾਤਰਾ ਦੇ ਆਨੰਦ ਵਿੱਚ ਖਲਲ ਪੈ ਰਿਹਾ ਸੀ। ਜਦੋਂ ਗੋਬਿੰਦ ਧਾਮ ਪਹੁੰਚੇ ਤਾਂ ਅਚਾਨਕ ਇੱਕ ਵਿਅਕਤੀ ਦੇ ਦਿਮਾਗ ਵਿੱਚ ਆਇਆ ਕਿ ਅਸੀਂ ਅਕਸਰ ਸੁਣਦੇ ਹਾਂ ਕਿ ਸੁਖਮਨੀ ਸਾਹਿਬ ਜੀ ਦੀ ਬਾਣੀ ਸਾਰੇ ਦੁੱਖਾਂ ਦਾ ਨਾਸ਼ ਕਰਦੀ ਹੈ। ਸੁਖਮਨੀ ਸਾਹਿਬ ਜੀ ਦੀ ਬਾਣੀ ਨਾਲ ਧਨ ਦੇ ਦੁੱਖ ਵੀ ਦੂਰ ਹੁੰਦੇ ਨੇ। ਅੱਜ ਕਿਉਂ ਨਾ ਸੁਖਮਨੀ ਸਾਹਿਬ ਜੀ ਦਾ ਸਹਾਰਾ ਲਈਏ। ਸਫ਼ਰ ਵਿੱਚ ਹਾਂ ਹੋਰ ਕੋਈ ਚਾਰਾ ਵੀ ਨਹੀਂ ਹੈ। ਇੰਨੀ ਦੂਰ ਪਹੁੰਚ ਕੇ ਬਗੈਰ ਦਰਸ਼ਨ ਕੀਤੇ ਵਾਪਸ ਜਾਣ ਨੂੰ ਮਨ ਵੀ ਨਹੀਂ ਕਰਦਾ। ਉਸਨੇ ਜਿਸ ਵਿਅਕਤੀ ਦੇ ਦਿਮਾਗ ਵਿੱਚ ਉਹ ਵਿਚਾਰ ਆਈ ਸੀ, ਜਦੋਂ ਬਾਕੀ ਸਾਰਿਆਂ ਨੂੰ ਦੱਸੀ ਤਾਂ ਸਾਰੇ ਹੀ ਗੁਰਮੁਖ ਰਾਜੀ ਹੋ ਗਏ। ਜਿਸ ਸਰੀਰ ਨੂੰ ਸਭ ਤੋਂ ਜ਼ਿਆਦਾ ਤਕਲੀਫ ਸੀ ਉਸ ਨੂੰ ਚੌਂਕੜੀ ਮਾਰ ਕੇ ਵਿੱਚ ਘਰ ਬਿਠਾ ਦਿੱਤਾ ਗਿਆ ਤੇ ਬਾਕੀ ਉਸਦੇ ਆਸ-ਪਾਸ ਬੈਠ ਗਏ। ਅਰਦਾਸ ਕੀਤੀ ਕਿ ਕਿਰਪਾ ਕਰੋ ਸਤਿਗੁਰੂ, ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ ਆਪਣੇ ਗੁਰਮੁਖ ਪਿਆਰਿਆਂ ਤੋਂ ਲਵੋ। ਇੱਕ ਸਰੀਰ ਇੱਕ ਪੰਕਤੀ ਉੱਚੀ ਬੋਲਦਾ ਤੇ ਬਾਕੀ ਸਰੀਰ ਦੂਸਰੀ ਪੰਕਤੀ ਬੋਲਦੇ। ਜਦੋਂ ਇਸ ਤਰ੍ਹਾਂ ਉਸ ਨੂੰ ਸੁਖਮਨੀ ਸਾਹਿਬ ਜੀ ਦਾ ਪਾਠ ਸਰਵਣ ਕਰਵਾਇਆ ਗਿਆ, ਅਰਦਾਸ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਅੱਜ ਤੱਕ ਤਾਂ ਸਿਰਫ ਸੁਣਿਆ ਹੀ ਸੀ ਕਿ ਸੁਖਮਨੀ ਸਾਹਿਬ ਜੀ ਦੀ ਬਾਣੀ ਨਾਲ ਤਨ ਦੇ ਰੋਗ ਰਾਜੀ ਹੁੰਦੇ ਨੇ, ਪਰ ਅੱਜ ਉਹਨਾਂ ਨੇ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਇਹ ਸ਼ਕਤੀ ਵਰਤਦੀ ਹੋਈ ਆਪਣੀ ਅੱਖੀਂ ਵੇਖ ਲਈ। ਕਹਿੰਦੇ ਹਨ ਉਹ ਵਿਅਕਤੀ ਹੁਣ ਗੋਬਿੰਦ ਧਾਮ ਤੋਂ ਹੇਮਕੁੰਟ ਸਾਹਿਬ ਤੱਕ ਹੱਸਦਾ ਗਿਆ ਤੇ ਹੱਸਦਾ ਹੀ ਵਾਪਸ ਆਇਆ। ਸਾਰਾ ਰਸਤਾ ਸਿਫਤਾਂ ਕਰਦੇ ਰਹੇ ਕਿ ਗੁਰੂ ਅਰਜਨ ਸਾਹਿਬ ਜੀ ਨੇ ਕੀ ਭਰਿਆ ਹੈ ਇਸ ਬਾਣੀ ਦੇ ਵਿੱਚ, ਕਿਹੜੀ ਤਾਕਤ, ਕਿਹੜੀ ਬਖਸ਼ਿਸ਼ ਭਰੀ ਹੋਈ ਹੈ। ਸੁਖਮਨੀ ਸਾਹਿਬ ਜੀ ਦਾ ਇੱਕ ਪਾਠ ਪ੍ਰੇਮ ਨਾਲ ਸੁਣਨ ਦੇ ਸਦਕਾ ਉਹਨਾਂ ਦੀ ਯਾਤਰਾ ਗੁਰੂ ਦੇ ਪਿਆਰ ਵਿੱਚ ਨਿਰਵਿਘਨਤਾ ਨਾਲ ਸੰਪੂਰਨ ਹੋ ਗਈ। ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹਨ ਸੁਣਨ ਨਾਲ ਕਿੰਨਿਆਂ ਕੁ ਦੇ ਤਨ ਦੇ ਰੋਗ ਰਾਜੀ ਹੋਏ ਤੇ ਕਿਤਨੀਆਂ ਕੁ ਲਾ ਇਲਾਜ ਬਿਮਾਰੀਆਂ ਕੱਟੀਆਂ ਗਈਆਂ। ਜੇ ਲਿਖਣ ਲੱਗੀਏ ਤਾਂ ਕਈ ਕਿਤਾਬਾਂ ਭਰ ਜਾਣਗੀਆਂ। ਕੋਈ 15-20 ਵਰ੍ਹੇ ਪਹਿਲਾਂ ਦੀ ਗੱਲ ਹੈ ਕਿ ਧੰਨ ਧੰਨ ਬਾਬਾ ਦੀਪ ਸਿੰਘ ਕੀਰਤਨੀ ਜਥੇ ਦੇ ਮੁੱਖ ਜਥੇਦਾਰ ਬੀਬੀ ਪਰਮਜੀਤ ਕੌਰ ਅਨੰਦਪੁਰ ਸਾਹਿਬ ਜੀ ਦੇ ਕੇਸ ਜੁੜ ਗਏ ਤਾਂ ਸਾਰੇ ਕੇਸਾਂ ਦਾ ਗੁੰਝਲਦਾਰ ਗੁੱਛਾ ਬਣ ਗਿਆ, ਜਿਸ ਨਾਲ ਸਿਰ ਦੇ ਮਾਸ ਨੂੰ ਖਿੱਚ ਪੈਣ ਲੱਗੀ। ਕੰਘਾ ਤਾਂ ਦੂਰ ਦੀ ਗੱਲ, ਦਸਤਾਰ ਸੰਜਾਉਣ ਵਾਲੀ ਬਰੀਕ ਜਿਹੀ ਸਿਲਾਈ ਵੀ ਉਹਨਾਂ ਦੇ ਕੇਸਾਂ ਵਿੱਚੋਂ ਨਹੀਂ ਸੀ ਲੰਘਦੀ। ਬੜਾ ਇਲਾਜ ਕਰਵਾਇਆ ਪਰ ਕਿਧਰੋਂ ਵੀ ਆਰਾਮ ਨਾ ਆਇਆ। ਸਾਰੇ ਡਾਕਟਰ ਹਕੀਮਾਂ ਦਾ ਇਹੀ ਕਹਿਣਾ ਸੀ ਕਿ ਕੇਸ ਕਤਲ ਕਰਵਾਉਣੇ ਪੈਣਗੇ, ਪਰ ਉਸ ਗੁਰਮੁਖ ਬੀਬੀ ਦਾ ਇਹ ਦ੍ਰਿੜ ਫੈਸਲਾ ਸੀ ਕਿ ਕੇਸ ਕਤਲ ਨਹੀਂ ਕਰਵਾਉਣੇ। ਫਲੌਰ ਦੇ ਲਾਗੇ ਇੱਕ ਬਹੁਤ ਮਹਾਂਪੁਰਸ਼ ਸੱਜਣ ਸੀ, ਉਹਨਾਂ ਦੇ ਕੋਲ ਗਏ, ਜਾ ਕੇ ਬੇਨਤੀ ਕੀਤੀ। ਉਸ ਵਿਅਕਤੀ ਦੇ ਹੱਥ ਵਿੱਚ ਉਸ ਵੇਲੇ ਫੁੱਲ ਦੀਆਂ ਪੰਖੜੀਆਂ ਫੜੀਆਂ ਹੋਈਆਂ ਸਨ। ਉਹਨਾਂ ਨੇ ਉਹੀ ਦੇ ਕੇ ਆਖਿਆ ਕਿ ਇਹਨਾਂ ਪੰਖੜੀਆਂ ਨੂੰ ਸਰੋਂ ਦੇ ਤੇਲ ਵਿੱਚ ਪਾ ਕੇ ਸੁਖਮਨੀ ਸਾਹਿਬ ਜੀ ਦਾ ਪਾਠ ਆਰੰਭ ਕਰੋ। ਉਸ ਤੇਲ ਨੂੰ ਕੇਸਾਂ ਦੇ ਵਿੱਚ ਲਗਾਉਂਦੇ ਰਹੋ ਤੇ ਨਾਲ ਨਾਲ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਰਹੋ। ਤੇਲ ਲਗਾ ਕੇ ਜੋ 5 ਕਕਾਰਾਂ ਦੇ ਨਾਲ ਕੰਘਾ ਮਿਲਿਆ ਹੋਇਆ ਹੈ ਉਸ ਨੂੰ ਕੇਸਾਂ ਵਿੱਚ ਤਦ ਤੱਕ ਫੇਰਦੇ ਰਹੋ ਜਦ ਤੱਕ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਭੋਗ ਨਾ ਪੈ ਜਾਵੇ। ਉਹਨਾਂ ਨੇ ਘਰ ਜਾ ਕੇ ਇਸੇ ਤਰ੍ਹਾਂ ਹੀ ਕੀਤਾ। ਜਿਨ੍ਹਾਂ ਕੇਸਾਂ ਵਿੱਚ ਇੱਕ ਬਰੀਕ ਜਿਹੀ ਸਿਲਾਈ ਵੀ ਨਹੀਂ ਸੀ ਲੰਘਦੀ, ਉਹਨਾਂ ਕੇਸਾਂ ਵਿੱਚ ਕਕਾਰਾਂ ਵਾਲਾ ਕੰਘਾ ਫਿਰਨਾ ਸ਼ੁਰੂ ਹੋ ਗਿਆ। ਪਾਠ ਦਾ ਭੋਗ ਪੈ ਜਾਣ ਤੱਕ ਅੱਧੇ ਕੇਸ ਰੇਸ਼ਮ ਵਾਂਗ ਹੋ ਗਏ। ਉਹਨਾਂ ਨੇ ਅਗਲੇ ਦਿਨ ਵੀ ਇਸੇ ਤਰ੍ਹਾਂ ਹੀ ਕੀਤਾ ਤੇ ਜਦੋਂ ਤੱਕ ਭੋਗ ਪਿਆ ਤਕਰੀਬਨ ਸਾਰੇ ਦੇ ਸਾਰੇ ਕੇਸ ਹੀ ਰੇਸ਼ਮ ਵਾਂਗ ਮੁਲਾਇਮ ਹੋ ਗਏ। ਭਾਵ ਕਿ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚ ਹਰੇਕ ਮੁਸ਼ਕਲ ਦਾ ਹੱਲ ਹੈ। ਇਹ ਜਿੱਥੇ ਮਨ ਦੀ ਸ਼ਾਂਤੀ ਪ੍ਰਦਾਨ ਕਰਦੀ ਹੈ ਉੱਥੇ ਤਣਾਅ ਦੇ ਰੋਗਾਂ ਦਾ ਵੀ ਨਾਸ਼ ਕਰਦੀ ਹੈ। ਸੁਖਮਨੀ ਸਾਹਿਬ ਜੀ ਦੀ ਬਾਣੀ ਗੁਰੂ ਘਰ ਵੱਲੋਂ ਬਖਸ਼ਿਸ਼ ਕੀਤੀ ਹੋਈ ਇੱਕ ਐਸੀ ਦਾਤ ਹੈ ਜਿਸ ਅੱਗੇ ਡਾਕਟਰਾਂ ਦੇ ਵੀ ਹੱਥ ਖੜੇ ਹੋ ਜਾਂਦੇ ਨੇ। ਸਾਡੀ ਪੜ੍ਹਾਈ, ਸਾਡੇ ਟੈਸਟ ਤਾਂ ਕੁਝ ਬੋਲਦੇ ਨੇ। ਅਸੀਂ ਬੜੇ ਹੈਰਾਨ ਹਾਂ ਕਿ ਪਤਾ ਨਹੀਂ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੇ ਕਿੰਨਾ ਕੁ ਰੰਗ ਭਰਿਆ ਹੈ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਵਿੱਚ, ਕਿੰਨੀ ਕੁ ਤਾਕਤ ਹੈ ਇਸ ਦਰਗਾਹੀ ਬਾਣੀ ਦੇ ਵਿੱਚ। ਕਈ ਮਿਲਦੇ ਨੇ, ਕਹਿ ਦਿੰਦੇ ਨੇ ਅਸੀਂ ਤਾਂ ਰੋਜ਼ ਸੁਖਮਨੀ ਸਾਹਿਬ ਦਾ ਪਾਠ ਕਰਦੇ ਹਾਂ ਪਰ ਸਾਡੇ ਤੇ ਕੋਈ ਬਖਸ਼ਿਸ਼ ਨਹੀਂ ਹੋਈ, ਸਾਡਾ ਤਾਂ ਫਲਾਣਾ ਦੁੱਖ ਗਿਆ ਹੀ ਨਹੀਂ। ਕਈ ਤਾਂ ਇੱਥੋਂ ਤੱਕ ਵੀ ਕਹਿੰਦੇ ਨੇ ਕਿ ਅਸੀਂ ਜਦੋਂ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹਨੀ ਸ਼ੁਰੂ ਕੀਤੀ ਸਾਡੇ ਤਾਂ ਦੁੱਖ ਹੋਰ ਵੀ ਵੱਧ ਗਏ ਨੇ। ਅਕਸਰ ਆਪਾਂ ਸੁਣਦੇ ਹਾਂ, ਅਕਸਰ ਲੋਕਾਂ ਦੀ ਇਹ ਸ਼ਿਕਵਾ ਹੁੰਦਾ ਹੈ, ਇਹ ਸ਼ਿਕਾਇਤ ਹੁੰਦੀ ਹੈ ਕਿ ਅਸੀਂ ਸੁਖਮਨੀ ਸਾਹਿਬ ਜਾਂ ਕੋਈ ਵੀ ਹੋਰ ਬਾਣੀ ਜਦੋਂ ਦੇ ਅਸੀਂ ਗੁਰੂ ਦੇ ਲੜ ਲੱਗੇ ਹਾਂ, ਜਦੋਂ ਦੇ ਅਸੀਂ ਬਾਣੀ ਪੜ੍ਹਨੀ ਸ਼ੁਰੂ ਕੀਤੀ ਹੈ, ਸਾਡੇ ਤਾਂ ਦੁੱਖਾਂ ਦੇ ਵਿੱਚ ਵਾਧਾ ਹੁੰਦਾ ਜਾ ਰਿਹਾ। ਪਰ ਇੱਕ ਗੱਲ ਯਾਦ ਰੱਖਣੀ,
ਬਾਣੀ ਕਦੇ ਵੀ ਦੁੱਖਾਂ ਨੂੰ ਨਹੀਂ ਵਧਾਉਂਦੀ, ਕਦੇ ਵੀ ਗੁਰੂ ਸਾਡੇ ਦੁੱਖਾਂ ਨੂੰ ਵਧਾਉਂਦਾ ਨਹੀਂ, ਉਹ ਘਟਾਉਂਦਾ ਹੈ। ਬਾਣੀ ਵੀ ਦੁੱਖ ਘਟਾਉਂਦੀ ਹੈ, ਪਰੰਤੂ ਸਾਡੀ ਅੱਖ ਵੇਖ ਨਹੀਂ ਸਕਦੀ। ਇਹ ਤਾਂ ਗੁਰੂ ਹੀ ਜਾਣਦਾ ਨਾ ਕਿ ਕਿੰਨਾ ਕੁ ਦੁੱਖ ਆਉਣਾ ਸੀ ਤੇ ਕਿੰਨਾ ਕੁ ਘਟਿਆ ਗਿਆ। ਅਸੀਂ ਤਾਂ ਕੁਛ ਵੀ ਨਹੀਂ, ਸਾਡੇ ਕੋਲ ਤਾਂ ਬਸ ਸਮਝ ਥੋੜੀ ਬਹੁਤ ਹੈ। ਗੁਰੂ ਦੀ ਸਮਝ ਅੱਗੇ ਤਾਂ ਸਾਡੀ ਇੱਕ ਤਣਕੇ ਦੇ ਬਰਾਬਰ ਵੀ ਨਹੀਂ। ਵਿਸ਼ਵਾਸ ਦੀ ਲੋੜ ਹੈ। ਤਰਨ ਤਾਰਨ ਦੇ ਇੱਕ ਪਰਿਵਾਰ ਦੇ ਘਰ ਦਾ ਇੱਕ 50 ਸਾਲਾਂ ਦਾ ਇੱਕ ਬਜ਼ੁਰਗ ਬਹੁਤ ਬਿਮਾਰ ਹੋ ਗਿਆ। ਪੂਰਾ ਸਾਲ ਬੀਤ ਗਿਆ ਇਲਾਜ ਕਰਵਾਉਂਦਿਆਂ, ਪਰ ਕੋਈ ਦਵਾਈ ਘਾਟ ਨਹੀਂ ਸੀ ਕਰਦੀ। ਹਾਲਤ ਹੋਰ ਵਿਗੜਦੀ ਗਈ। ਉਸ ਬਜ਼ੁਰਗ ਦੀ ਪਤਨੀ ਨੇ ਸਹਿਜ ਸੁਭਾਈ ਕਹਿ ਦਿੱਤਾ, ਕਿਸੇ ਸਤਸੰਗ ਬੀਬੀ ਦੇ ਨਾਲ ਆਪਣੇ ਬਜ਼ੁਰਗ ਪਤੀ ਦੇ ਦੁੱਖ ਬਾਰੇ ਉਸਨੇ ਗੱਲਬਾਤ ਕੀਤੀ ਕਿ ਸਾਡੀ ਤਾਂ ਸਮਝ ਵਿੱਚ ਕੁਝ ਨਹੀਂ ਆ ਰਿਹਾ, ਸਾਲ ਹੋ ਗਿਆ ਇਲਾਜ ਕਰਵਾਉਂਦਿਆਂ, ਪਰ ਕੋਈ ਵੀ ਦਵਾਈ ਅਸਰ ਨਹੀਂ ਕਰਦੀ ਪਈ। ਉਹ ਸਤਸੰਗੀ ਬੀਬੀ ਸਤਸੰਗ ਵਿੱਚ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਮਹਿਮਾ ਸੁਣਦੀ ਸੀ ਕਿ ਇਹ ਬਾਣੀ ਰੋਗਾਂ ਨੂੰ ਰਾਜੀ ਕਰਦੀ ਹੈ। ਉਹ ਕਹਿਣ ਲੱਗੀ, ਤੁਸੀਂ ਦਿਲ ਨਾ ਛੱਡੋ, ਸੁਖਮਨੀ ਸਾਹਿਬ ਦਾ ਸਹਾਰਾ ਲੈ ਕੇ ਦੇਖ ਲਵੋ। ਆਪਣੇ ਘਰ ਇੱਕ ਸੁਖਮਨੀ ਸਾਹਿਬ ਦਾ ਗੁਟਕਾ ਸਾਹਿਬ ਲਿਆਓ, 5 ਪਾਠ ਰੋਜ਼ ਸੁਖਮਨੀ ਸਾਹਿਬ ਦੇ 40 ਦਿਨ ਨੇਮ ਨਾਲ ਕਰਕੇ ਅਰਦਾਸ ਕਰੋ, ਗੁਰੂ ਸਾਹਿਬ ਜ਼ਰੂਰ ਮਿਹਰ ਕਰਨਗੇ। ਉਸ ਬਜ਼ੁਰਗ ਮਾਤਾ ਨੂੰ ਗੁਰਮੁਖ ਬੀਬੀ ਦੀ ਗੱਲ ਸੁਣ ਕੇ ਕੁਝ ਹੌਸਲਾ ਮਿਲਿਆ। ਉਸਨੇ ਅਗਲੇ ਦਿਨ ਤੋਂ ਹੀ ਆਪਣੇ ਘਰ ਵਿੱਚ 5 ਸੁਖਮਨੀ ਸਾਹਿਬ ਦੇ ਪਾਠ ਸ਼ੁਰੂ ਕਰ ਦਿੱਤੇ। ਬਜ਼ੁਰਗ ਦੀ ਦੇਹ ਅਰੋਗਤਾ ਲਈ 15-20 ਦਿਨ ਬੀਤ ਗਏ। ਸੁਖਮਨੀ ਸਾਹਿਬ ਜੀ ਦੀ ਬਾਣੀ ਦੇ 5 ਪਾਠ ਹਰ ਰੋਜ਼ ਨੇਮ ਨਾਲ ਕਰਦਿਆਂ, ਪਰ ਰੱਬ ਦੀ ਕਰਨੀ ਬਜ਼ੁਰਗ ਦੀ ਹਾਲਤ ਹੋਰ ਵਿਗੜਨੀ ਸ਼ੁਰੂ ਹੋ ਗਈ। ਉਸ ਮਾਤਾ ਦੇ ਜਵਾਨ ਪੁੱਤਰ ਤੇ ਬਾਕੀ ਘਰ ਦੇ ਵੀ ਕਹਿਣ ਲੱਗੇ, ਮਾਤਾ ਤੂੰ ਜਦੋਂ ਤੂੰ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹਨੀ ਸ਼ੁਰੂ ਕੀਤੀ ਹੈ, ਪਿਤਾ ਜੀ ਦੀ ਹਾਲਤ ਹੋਰ ਵੀ ਖਰਾਬ ਹੋਣੀ ਸ਼ੁਰੂ ਹੋ ਗਈ ਹੈ। ਚੰਗਾ ਇਹੀ ਹੈ ਕਿ ਤੂੰ ਸੁਖਮਨੀ ਸਾਹਿਬ ਪੜ੍ਹਨਾ ਬੰਦ ਕਰ ਦੇ। ਪਰ ਉਸ ਮਾਤਾ ਨੇ ਨੇਮ ਨਾ ਛੱਡਿਆ। 2-4 ਦਿਨ ਹੋਰ ਬੀਤ ਗਏ ਤੇ ਬਿਮਾਰੀ ਇੰਨੀ ਕੁ ਵੱਧ ਗਈ ਕਿ ਤਰਨ ਤਾਰਨ ਦੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਤੇ ਕਹਿਣ ਲੱਗੇ, ਸਾਡੇ ਵੱਸ ਦੀ ਗੱਲ ਨਹੀਂ, ਤੁਸੀਂ ਮਰੀਜ਼ ਨੂੰ ਅੰਮ੍ਰਿਤਸਰ ਲੈ ਜਾਓ। ਮਰੀਜ਼ ਨੂੰ ਅੰਮ੍ਰਿਤਸਰ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ। ਪਰ ਉਸ ਬਜ਼ੁਰਗ ਮਾਤਾ ਦੀ ਭਾਵਨਾ, ਉਸਨੇ ਹਸਪਤਾਲ ਦੇ ਵਿੱਚ ਵੀ ਸੁਖਮਨੀ ਸਾਹਿਬ ਦਾ ਪਾਠ ਨਹੀਂ ਛੱਡਿਆ। ਹਸਪਤਾਲ ਦੇ ਕਮਰੇ ਵਿੱਚ ਇੱਕ ਪਾਸੇ ਪਰਦਾ ਜਿਹਾ ਲਗਾ ਕੇ ਉੱਥੇ ਹੀ ਮਾਤਾ ਸੁਖਮਨੀ ਸਾਹਿਬ ਦਾ ਪਾਠ ਨੇਮ ਨਾਲ ਭੁਗਤਾਈ ਗਈ। ਪਰ ਅਜੇ ਵੀ ਪਰਚੇ ਦੀ ਕੜੀ ਸੀ। 4-5 ਦਿਨ ਬਾਅਦ ਅੰਮ੍ਰਿਤਸਰ ਦੇ ਡਾਕਟਰ ਨੇ ਵੀ ਜਵਾਬ ਦੇ ਦਿੱਤਾ ਤੇ ਕਿਹਾ ਕਿ ਸਾਡੇ ਕੋਲੇ ਕੋਈ ਵੀ ਹੱਲ ਨਹੀਂ, ਇਸ ਨੂੰ ਦਿੱਲੀ ਲੈ ਜਾਵੋ ਜਾਂ ਚੰਡੀਗੜ੍ਹ। ਮਰੀਜ਼ ਨੂੰ ਗੱਡੀ ਵਿੱਚ ਪਾਇਆ ਅਤੇ ਉੱਥੋਂ ਲੈ ਗਏ। ਪਰ ਤਾਨੋ ਮਾਤਾ ਜਿਸ ਨੇ ਗੱਡੀ ਦੇ ਵਿੱਚ ਵੀ ਸੁਖਮਨੀ ਸਾਹਿਬ ਦਾ ਪਾਠ ਨੇਮ ਨਾ ਛੱਡਿਆ। ਗੱਡੀ ਵਿੱਚ 5 ਪਾਠਾਂ ਦਾ ਸੁਖਮਨੀ ਸਾਹਿਬ ਦਾ ਨੇਮ ਭੁਗਤਾਇਆ। ਮਰੀਜ਼ ਨੂੰ ਦਿੱਲੀ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ। ਉੱਥੇ ਵੀ ਬਜ਼ੁਰਗ ਮਾਤਾ ਨੇ ਸੁਖਮਨੀ ਸਾਹਿਬ ਦਾ ਨੇਮ ਜਾਰੀ ਰੱਖਿਆ। ਘਰ ਦੇ ਵੀ ਕਹਿਣ ਲੱਗੇ, ਮਾਤਾ ਕੀ ਤੂੰ ਵਕਤ ਪਾਇਆ ਹੋਇਆ ਹੈ, ਹਰ ਥਾਂ ਸੁਖਮਨੀ ਸਾਹਿਬ ਦਾ ਪਾਠ ਕਰਦੀ ਫਿਰਦੀ ਹੈ, ਕੋਈ ਹਾਲਾਤ ਵਿੱਚ ਫਰਕ ਤਾਂ ਪੈ ਨਹੀਂ ਰਿਹਾ, ਸਗੋਂ ਹੋਰ ਮਾੜੀ ਹੋ ਰਹੀ ਹੈ। ਪਰ ਉਸ ਮਾਤਾ ਨੇ ਭਰੋਸੇ ਅਤੇ ਸਿਦਕ ਵਿੱਚ ਕੋਈ ਤਰੇੜ ਨਹੀਂ ਆਉਣ ਦਿੱਤੀ। ਪਰਚੇ ਦੀ ਕੜੀ ਅਜੇ ਵੀ ਖਤਮ ਨਹੀਂ ਸੀ ਹੋਈ। ਉੱਥੇ ਵੀ ਡਾਕਟਰਾਂ ਨੇ ਕਿਹਾ ਕਿ ਸਾਡੇ ਵੱਸ ਤੋਂ ਇਹ ਗੱਲ ਬਾਹਰ ਹੈ, ਸਾਡੀ ਸਮਝ ਤੋਂ ਪਰੇ ਹੈ, ਇਸ ਨੂੰ ਘਰ ਲੈ ਜਾਓ ਤੇ ਸੇਵਾ ਕਰ ਲਓ ਜਿੰਨੀ ਕੁ ਕਰ ਸਕਦੇ ਹੋ। ਉਹ ਮਰੀਜ਼ ਨੂੰ ਘਰ ਲੈ ਆਏ ਵਾਪਸ ਤਰਨ ਤਾਰਨ। ਭਰੋਸਾ ਹੋਵੇ ਤਾਂ ਐਸਾ, ਉਸ ਮਾਤਾ ਨੇ 5 ਪਾਠਾਂ ਦਾ ਨੇਮ ਅਜੇ ਵੀ ਨਾ ਛੱਡਿਆ। ਉਸਨੇ ਸੋਚਿਆ ਕਿ ਗੁਰੂ ਕਦੇ ਤਾਂ ਰੀਝੇਗਾ, ਕਦੇ ਤਾਂ ਗੁਰੂ ਪ੍ਰਸੰਨ ਹੋਵੇਗਾ। ਇਹੋ ਜਿਹਾ ਪ੍ਰੇਮ, ਪਿਆਰ ਤੇ ਵਿਸ਼ਵਾਸ ਦੇਖ ਕੇ ਗੁਰੂ ਨੂੰ ਬਖਸ਼ਿਸ਼ ਕਰਨੀ ਪੈਂਦੀ ਹੈ। ਬਸ ਲੋੜ ਹੈ ਉਸ ਮਾਲਕ ਨੂੰ ਮਨਾਉਣ ਦੀ। ਕਹਿੰਦੇ ਨੇ ਕਿ ਜਦੋਂ 38 ਕੁ ਦਿਨ ਬੀਤ ਗਏ ਸੁਖਮਨੀ ਸਾਹਿਬ ਦੇ 5 ਪਾਠਾਂ ਦਾ ਨੇਮ ਕਰਦਿਆਂ, ਪਰ ਹਾਲਾਤ ਵਿੱਚ ਕੋਈ ਸੁਧਾਰ ਨਹੀਂ ਹੋਇਆ। ਕਹਿੰਦੇ ਹਨ ਕਿ 40 ਦਿਨ ਉਸ ਮਾਤਾ ਦਾ ਨੇਮ ਕਰਕੇ ਅਰਦਾਸ ਕੀਤੀ ਬਜ਼ੁਰਗ ਦੀ ਦੇਹ ਦੀ ਅਰੋਗਤਾ ਦੇ ਲਈ। ਤੇ ਜਦੋਂ 41ਵਾਂ ਦਿਨ ਚੜ੍ਹਿਆ ਤੇ ਸਾਰਿਆਂ ਦੀ ਹੈਰਾਨੀ ਦੀ ਹੱਦ ਨਾ ਰਹੀ। ਮਰੀਜ਼ ਦੀ ਹਾਲਤ ਸੁਧਰਨੀ ਸ਼ੁਰੂ ਹੋ ਗਈ, ਦਿਨ ਬ ਦਿਨ ਸੁਧਰਦੀ ਹੀ ਗਈ ਤੇ 5 ਦਿਨਾਂ ਮਗਰੋਂ ਮਰੀਜ਼ ਦੀ ਹਾਲਤ ਵਿੱਚ ਹੋਰ ਵੀ ਸੁਧਾਰ ਆ ਗਿਆ। ਜਦੋਂ ਡਾਕਟਰ ਨੂੰ ਚੈੱਕ ਕਰਾਉਣ ਲਈ ਗਏ ਤਾਂ ਡਾਕਟਰ ਵੀ ਚਮਤਕਾਰ ਦੇਖ ਕੇ ਹੈਰਾਨ ਰਹਿ ਗਏ। ਇਹ ਤੁਸੀਂ ਕਿਹੜਾ ਢੰਗ ਵਰਤਿਆ ਹੈ? ਉਹ ਮਰੀਜ਼ ਨੂੰ ਵੱਡੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ, ਇਹ ਕਿਵੇਂ ਠੀਕ ਹੋ ਗਿਆ? ਇਹ ਕੀ ਕੌਤਕ ਵਰਤ ਗਿਆ? ਇਸ ਮਰੀਜ਼ ਨੂੰ ਜਿਹੜੀ ਬਿਮਾਰੀ ਲੱਗੀ ਸੀ ਉਹ ਬਿਮਾਰੀ ਸਰੀਰ ਵਿੱਚੋਂ ਉੱਡੀ ਗਈ ਹੈ, ਬਿਮਾਰੀ ਲੱਭ ਹੀ ਨਹੀਂ ਰਹੀ। ਹੁਣ ਇਸ ਘਟਨਾ ਨੂੰ ਪੜ੍ਹ ਕੇ ਜਾਂ ਸੁਣ ਕੇ ਤੁਸੀਂ ਆਪ ਹੀ ਬਰੀਕੀ ਨਾਲ ਕੱਢ ਲੈਣਾ ਕਿ ਆਪਣੀ ਸੇਧ ਲੈ ਲੈਣਾ ਕਿ ਸੁਖਮਨੀ ਸਾਹਿਬ ਦੇ ਨਾਲ ਕਿਸ ਤਰ੍ਹਾਂ ਦਾ ਪਿਆਰ ਕਰਨਾ ਹੈ, ਅਸੀਂ ਕਿਸ ਤਰ੍ਹਾਂ ਦੀ ਭਾਵਨਾ ਰੱਖਣੀ ਹੈ। ਸਾਡੇ ਵਿੱਚੋਂ ਬਹੁਤੇ ਅਜਿਹੀ ਘਟਨਾ ਨੂੰ ਪੜ੍ਹਦੇ ਜਾਂ ਸੁਣਦੇ ਵੇਲੇ ਆਪਦੇ ਮਨ ਵਿੱਚ ਸ਼ੰਕਾ ਲੈ ਆਉਂਦੇ ਨੇ, ਤਰਕ ਕਰਦੇ ਨੇ, ਸਵਾਲ ਕਰਦੇ ਨੇ ਕਿ ਕਿਵੇਂ ਹੋ ਸਕਦਾ। ਪਰ ਹਰੇਕ ਚੀਜ਼ ਦਾ ਹੱਲ ਤਰਕ ਦੇ ਵਿੱਚ, ਸਵਾਲ ਦੇ ਵਿੱਚ ਨਹੀਂ। ਕੁਝ ਚੀਜ਼ਾਂ ਦਾ ਹੱਲ ਵਿਸ਼ਵਾਸ ਦੇ ਵਿੱਚ ਹੈ, ਸ਼ਰਧਾ ਦੇ ਵਿੱਚ ਹੈ, ਪਰਮਾਤਮਾ ਨਾਲ ਪਿਆਰ ਕਰਨ ਦੇ ਵਿੱਚ ਹੈ। ਅਸੀਂ ਉਮੀਦ ਕਰਦੇ ਹਾਂ ਕਿ ਅੱਜ ਵਾਲੀਆਂ ਇਹ 3 ਕਹਾਣੀਆਂ ਤੁਹਾਨੂੰ ਕਾਫੀ ਕੁਝ ਸਿਖਾਉਣਗੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਅਸੀਂ ਆਸ ਕਰਦੇ ਹਾਂ ਕਿ ਜਿੰਨਾ ਕੁ ਸੱਜਣਾਂ ਨੂੰ ਇਹਨਾਂ ਇਤਿਹਾਸਕ ਘਟਨਾਵਾਂ ਤੇ ਇੱਕ ਮਾਤਰ ਵੀ ਯਕੀਨ ਹੈ, ਉਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਵਿੱਤਰ ਫਰਮਾਨ, ਪਵਿੱਤਰ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਤੇ ਵਿਸ਼ਵਾਸ ਕਰਨਗੇ ਅਤੇ ਆਪਣਾ ਸਮੇਂ ਵਿੱਚੋਂ ਸਮਾਂ ਕੱਢ ਕੇ ਕੁਝ ਸਮਾਂ ਜ਼ਰੂਰ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹਨ ਤੇ ਲਗਾਉਣਗੇ।